5 विचार। अच्छे लोगों की इज्जत कभी कम नहीं होती। सोने के 100 टुकड़े करो फिर भी कीमत कम नहीं होती। भूल होना प्राकृतिक है, मान लेना सांस्कृतिक है, सुधार लेना प्रगति है। ਅਸੀਂ ਆਪਣੀ ਜ਼ਿੰਦਗੀ ਨੂੰ ਜੀਂਦਿਆਂ ਹੋਇਆਂ ਮੁਕਤੀ ਦੇ ਮਾਰਗ 'ਤੇ ਚੱਲੇ ਹਾਂ। ਇਸ ਮਾਰਗ 'ਤੇ ਚੱਲਦਿਆਂ ਹੋਇਆਂ ਦਿਮਾਗ ਵਿੱਚ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ। ਦਿਮਾਗ ਕਦੀ ਵੀ ਸ਼ਾਂਤ ਨਹੀਂ ਬੈਠਦਾ, ਉਹ ਕੁਝ ਨਾ ਕੁਝ ਵਿਚਾਰ ਕਰਦਾ ਰਹਿੰਦਾ ਹੈ। ਉਹਨਾਂ ਵਿਚਾਰਾਂ ਤੋਂ ਹਟਾ ਕੇ ਆਪਣੇ ਦਿਮਾਗ ਨੂੰ ਇੱਕੋ ਹੀ ਗੱਲ ਸਮਝਾਉਣ ਵਾਸਤੇ ਅਸੀਂ ਹਰ ਸਮੇਂ ਸਾਨੂੰ ਮਿਹਨਤ ਕਰਨੀ ਪਏਗੀ। ਦਿਮਾਗ ਨੂੰ ਰੋਕਣਾ ਪਏਗਾ ਵਿਸ਼ੇ ਵਿਕਾਰਾਂ ਤੋਂ, ਸਮਝਾਉਣਾ ਪੈਂਦਾ ਹੈ। ਦਿਮਾਗ ਬਹੁਤ ਸਾਰੀਆਂ ਆਪਣੇ ਆਪ ਨੂੰ ਉਲਝਦਾ ਰਹਿੰਦਾ ਹੈ। ਉਹਦੇ ਵਾਸਤੇ ਸਾਨੂੰ ਆਪ ਹੀ ਆਪਣਾ ਗੁਰੂ ਬਣਨਾ ਪਏਗਾ। ਆਪਣੇ ਆਪ ਨੂੰ ਸੋਚਣ ਵਾਸਤੇ ਮਜਬੂਰ ਕਰਨਾ ਪਏਗਾ ਕਿ ਜਿਹੜੇ ਚੰਗੇ ਲੋਕ ਨੇ ਉਹਨਾਂ ਦੀ ਇੱਜ਼ਤ ਕਦੀ ਘੱਟ ਨਹੀਂ ਹੁੰਦੀ। ਚੰਗੇ ਲੋਕ ਕਿਹੜੇ ਨੇ? ਜਿਹਦੇ 'ਤੇ ਬਹੁਤ ਸਾਰੇ ਵਿਚਾਰ ਕਰ ਚੁੱਕੇ ਹਾਂ ਕਿ ਚੰਗੀ ਸੋਚ ਲੋਕਾਂ ਵਾਸਤੇ, ਭਲੇ ਵਾਸਤੇ ਸੋਚਣਾ, ਲੋਕਾਂ ਦੇ ਸਭ ਦੇ ਸਮਾਜ ਦੇ ਵਿੱਚ ਕੰਮ ਆਉਣਾ, ਵੱਧ ਚੜ੍ਹ ਕੇ ਅੱਗੇ ਹੋ ਕੇ ਸਭ ਦੀ ਮਦਦ ਕਰਨਾ, ਐਸੇ ਵਿਚਾਰ ਵਾਲਿਆਂ ਨੂੰ ਚੰਗੇ ਲੋਕ ਕਹਿੰਦੇ ਹਾਂ। ਅਸੀਂ ਇਨਸਾਨੀ ਜਾਮੇ ਵਿੱਚ ਨਿਤ ਨਵੀਆਂ ਖੋਜਾਂ ਕਰਦੇ ਪਏ ਹਾਂ। ਪਰਮਾਤਮਾ ਦੀ ਉਹੀ ਬਣਾਈ ਹੋਈ ਇਸ ਰੰਗਤ ਦੇ ਵਿੱਚ ਬਹੁਤ ਕੁਛ ਲੱਭਦੇ ਪਏ ਹਾਂ। ਇੱਕ ਧਾਤੂ, ਬਹੁਤ ਸਾਰੀਆਂ ਧਾਤੂ ਲੱਭੀਆਂ, ਮਗਰ ਸਾਰਿਆਂ ਤੋਂ ਵਧੀਆ ਧਾਤੂ ਮੰਨਦੇ ਹਾਂ ਸੋਨਾ ਹੈ। ਆਪਣੇ ਸਰੀਰ ਦੇ ਉੱਤੇ ਸ਼ਿੰਗਾਰ ਵਾਸਤੇ ਵੀ ਇਹਦਾ ਇਸਤੇਮਾਲ ਕਰਦੇ ਹਾਂ, ਪੈਸੇ ਵਾਸਤੇ ਵੀ ਇਹਦਾ ਇਸਤੇਮਾਲ ਕਰਦੇ ਹਾਂ ਕਿ ਲੋੜ ਪਏ ਤੇ ਸੋਨਾ ਨੂੰ ਕੈਸ਼ ਕਰ ਲਿੱਤਾ ਜਾਏ। ਔਰ ਸੋਨੇ ਦੇ 100 ਟੁਕੜੇ ਕਰ ਦਿਓ, ਛੋਟੇ ਛੋਟੇ ਕਣ ਵਿੱਚ ਵੀ ਕਰ ਦਿਓ, ਫਿਰ ਵੀ ਉਹਦੀ ਕੀਮਤ ਘੱਟ ਨਹੀਂ ਹੁੰਦੀ। ਉਸੇ ਰੇਟ 'ਤੇ ਜੋ ਮਾਰਕੀਟ ਦਾ ਰੇਟ ਹੈ ਵਿਕ ਜਾਂਦਾ ਹੈ। ਤੀਸਰਾ ਵਿਚਾਰ ਆਉਂਦਾ ਹੈ ਕਿ ਸਾਡੇ ਕੋਲ ਕੋਈ ਭੁੱਲ ਹੋ ਜਾਂਦੀ ਹੈ, ਉਹਦੇ ਤੋਂ ਪਰੇਸ਼ਾਨ ਨਹੀਂ ਹੋਣਾ ਕਿਉਂਕਿ ਪ੍ਰਕਿਰਤਿਕ ਦੀ ਦੇਣ ਹੈ। ਅਸੀਂ ਚਾਹੁੰਦੇ ਹਾਂ, ਨਹੀਂ ਚਾਹੁੰਦੇ ਹਾਂ, ਭੁੱਲ ਹੋ ਜਾਂਦੀ ਹੈ। ਦੇਖੋ ਸਮੇਂ ਕਿੰਨਾ ਭਿਆਨਕ ਚੱਲ ਰਿਹਾ ਸੀ। ਸਤਿਗੁਰਾਂ ਨੇ ਠੰਡੀ ਮਿਹਰ ਦਾ ਨਾਮ ਦਾ ਛਿੱਟਾ ਮਾਰਿਆ ਹੈ ਕਿ ਇਹਦੇ ਵਿੱਚ ਕਰੋਨਾ ਤੋਂ ਸਾਨੂੰ ਸਾਰਿਆਂ ਨੂੰ ਬਚਾਇਆ ਹੈ। ਇੱਕ ਸਾਡੀਆਂ ਗਲਤੀਆਂ ਨਾ ਕਹਿ ਲਓ, ਕਿਸ ਤਰੀਕੇ ਨਾਲ ਕਹਿ ਲਓ, ਇੱਕ ਐਸੀ ਬਿਮਾਰੀ ਚੱਲ ਪਈ ਜਿਹਨੇ ਸਾਰਿਆਂ ਨੂੰ ਰੋਕ ਦਿੱਤਾ। ਮਗਰ ਇਹ ਸਾਡੀ ਭੁੱਲ ਨਹੀਂ ਹੈ, ਕਿਤੋਂ ਨਾ ਕਿਤੋਂ ਪ੍ਰਕਿਰਤਿਕ ਦੀ ਦੇਣ ਨਾਲ ਸਾਨੂੰ ਮਿਲ ਗਈ ਔਰ ਇਹਨੂੰ ਮੰਨਿਆ ਹੈ, ਮੰਨ ਲਿੱਤਾ ਤੇ ਸਾਡੀ ਸੰਸਕ੍ਰਿਤੀ ਬਣ ਗਈ। ਇਹਦੇ ਤੋਂ ਅੱਗੇ ਚੱਲੇ ਔਰ ਉਹਨੂੰ ਸੁਧਾਰ ਕੀਤਾ ਕਿ ਜੋ ਸਾਨੂੰ ਮੰਨਿਆ ਕਿ ਪਰਮਾਤਮਾ ਵੱਲੋਂ ਅਸੀਂ ਬੜੇ ਬੇਮੁਖ ਹੋ ਗਏ ਸਾਂ ਅਤੇ ਪਰਮਾਤਮਾ ਨੇ ਇਹ ਆਪਣਾ ਇੱਕ ਰੰਗ ਦਿਖਾਇਆ ਹੈ ਕਿ ਬੰਦਿਓ ਡੋਲੋ ਨਾ, ਬੰਦਿਓ ਮੈਂ ਵਿੱਚ ਭੱਜੋ ਨਾ, ਕਿ ਕੁਝ ਪਰਮਾਤਮਾ ਦੇ ਆਪਣੇ ਹੱਥ ਵਿੱਚ ਵੀ ਹੈ। ਸਾਡੀ ਸੋਚ ਬਣੀ ਔਰ ਇਹਦੇ 'ਤੇ ਅਸੀਂ ਪ੍ਰਗਤੀ ਕੀਤੀ। ਆਪਣੇ ਆਪ ਦੇ ਉੱਤੇ ਪਰਮਾਤਮਾ ਦੇ ਨਾਲ ਮਿਲਣ ਦੀ ਅਸੀਂ ਆਪਣੇ ਕਦਮ ਉਠਾਏ ਨੇ ਕਿ ਸੋਚ ਆਈ ਇਹਨਾਂ 5 ਮਹੀਨਿਆਂ 6 ਮਹੀਨਿਆਂ ਵਿੱਚ ਕਿ ਸਭ ਕੁਝ ਬੰਦ ਹੋ ਗਿਆ। ਇੱਕ ਤੂੰ ਹੀ ਤੂੰ ਰਹਿ ਗਿਆ। ਪਰਮਾਤਮਾ ਤੇਰੀ ਕਿਰਪਾ ਹੋਏਗੀ ਤੇ ਅਸੀਂ ਚੱਲ ਪਾਵਾਂਗੇ, ਤੇਰੀ ਕਿਰਪਾ ਹੋਏਗੀ ਤੇ ਅਸੀਂ ਕੁਝ ਕਰ ਪਾਵਾਂਗੇ, ਨਹੀਂ ਤੇ ਅਸੀਂ ਸਭ ਬੇਕਾਰ ਹੋ ਗਏ। ਇਹ ਹਾਲਾਤ ਨੇ ਸਾਨੂੰ ਸਿਖਾਇਆ ਔਰ ਇੱਕ ਸਿੱਖਿਆ ਨੂੰ ਜੇ ਅਸੀਂ ਆਪਣੀ ਜ਼ਿੰਦਗੀ 'ਚ ਨਹੀਂ ਮੰਨਾਂਗੇ ਤੇ ਸਾਡੇ ਤੋਂ ਵੱਡਾ ਮੂਰਖ ਕੋਈ ਨਹੀਂ ਹੋਏਗਾ। ਇਹਨਾਂ ਵਿਚਾਰਾਂ ਨੂੰ ਆਪਣੇ ਆਪ ਨੂੰ ਸਾਨੂੰ ਸਬਕੌਂਸ਼ੀਅਸ ਮਾਈਂਡ ਨੂੰ ਦੱਸਣਾ ਪਏਗਾ ਕਿ ਵਿਸ਼ੇ ਵਿਕਾਰਾਂ ਵਿੱਚ ਨਾ ਉਲਝਿਆ ਰਿਹਾ ਬੰਦਿਆ। ਆਪਣੇ ਆਪ ਨੂੰ ਇਨਸਾਨੀ ਜਾਮੇ ਦੇ ਵਿੱਚ ਆਇਆ ਹੈ ਤੇ ਇਨਸਾਨੀ ਜਾਮੇ ਵਾਲੇ ਕਰਮ ਵੀ ਕਰ। ਨਿਯਮ ਬਹੁਤ ਸਾਰੇ ਬਣਾਏ, ਵਿਚਾਰ ਬਹੁਤ ਸਾਰੇ ਆਉਂਦੇ ਨੇ। ਸਭ ਤੋਂ ਹਰ ਤਰ੍ਹਾਂ ਦੇ ਵਿਚਾਰਾਂ ਨੂੰ ਅਸੀਂ ਆਪ ਰੋਕ ਲਗਾਉਣੀ ਹੈ ਔਰ ਇੱਕੋ ਹੀ ਗੱਲ 'ਤੇ ਪਹੁੰਚਣਾ ਹੈ ਕਿ ਪਰਮਾਤਮਾ ਤੂੰ ਹੈ, ਤੇਰੀ ਕਿਰਪਾ ਹੈ। क्योंकि बानी सानू बार बार समझाती है, इन्हीं की कृपा से सजे हम हैं। परमात्मा की कृपा नाल इंसानी जामा मिलिया है।
ਮਿਹਰ ਪ੍ਰਿਆਤਰਾ ਕੇ ਇਨਸਾਨੀ ਜਾਮੇ ਨੂੰ ਜਪ ਜਪ ਕੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੋਇਆਂ ਸਫਲਾ ਕਰੀਏ। ਕਿਉਂਕਿ ਸਾਡਾ ਹੁਣ ਜਿਹੜਾ ਗੋਲ ਸੈੱਟ ਹੈ, ਸਾਡੀ ਜ਼ਿੰਦਗੀ ਦਾ ਮਕਸਦ ਜਿਹੜਾ ਹੈ ਆਪਣੇ ਆਪ ਨੂੰ ਮੁਕਤ ਕਰਨਾ ਹੈ। ਔਰ ਮੁਕਤ ਤਦ ਹੀ ਹੋ ਪਾਵਾਂਗੇ ਜਦੋਂ ਅਸੀਂ ਵਿਸ਼ੇ ਵਿਕਾਰਾਂ ਤੋਂ ਬਚ ਪਾਵਾਂਗੇ, ਜਦੋਂ ਸਾਡੀ ਜ਼ਿੰਦਗੀ ਵਿੱਚ ਸ਼ਾਂਤੀ ਆਏਗੀ, ਠਹਿਰਾਵ ਆਏਗੀ, ਸਾਡੇ ਅੰਦਰ ਨਿਮਰਤਾ ਆ ਜਾਏਗੀ, ਸਾਨੂੰ ਹਰ ਚੀਜ਼ ਚੰਗੀ ਚੰਗੀ ਮਹਿਸੂਸ ਹੋਏਗੀ। ਜੇ ਵਿਸ਼ੇ ਵਿਕਾਰਾਂ ਦੀ ਕਮੀ ਰਹਿੰਦੀ ਰਹੇਗੀ, ਭਟਕਦੇ ਰਹਾਂਗੇ, ਮਨ ਵਿਚਲਿਤ ਰਹੇਗਾ ਕਿ ਮੇਰੇ ਕੋਲ ਇਹ ਨਹੀਂ, ਮੇਰੇ ਕੋਲ ਉਹ ਨਹੀਂ, ਮੈਨੂੰ ਇਸ ਚੀਜ਼ ਦੀ ਘਾਟ ਹੈ, ਮੈਨੂੰ ਇਸ ਪਾਸੇ ਪੂਰਾ ਕਰਨਾ ਹੈ, ਅਤੇ ਫਿਰ ਅਸੀਂ ਇਹ ਵਿਸ਼ੇ ਵਿਕਾਰਾਂ ਨੂੰ ਪੂਰਾ ਕਰਦੇ ਰਹਾਂਗੇ, ਪਰਮਾਤਮਾ ਵੱਲ ਚੱਲ ਹੀ ਨਹੀਂ ਪਾਵਾਂਗੇ। ਜਦੋਂ ਪਰਮਾਤਮਾ ਵੱਲ ਚਲੇ ਗਏ, ਪਰਮਾਤਮਾ ਦੇ ਬਣ ਗਏ, ਅਤੇ ਫਿਰ ਸਾਰਾ ਕੁਝ ਮਿਲ ਜਾਏਗਾ। ਜ਼ਿੰਦਗੀ ਦਾ ਇੱਕ ਬਹੁਤ ਸਾਲਾਂ ਦਾ ਜਨਮਾਂ ਦਾ ਐਗਜ਼ਾਮਪਲ ਸਾਡੇ ਸਾਹਮਣੇ ਹੈ ਕਿ ਦੋਸਤੀ ਹੋਈ ਹੈ ਕ੍ਰਿਸ਼ਨ ਭਗਵਾਨ ਔਰ ਸੁਦਾਮੇ ਦੀ। ਹਾਲਾਤਾਂ ਦੀ ਵਜ੍ਹਾ ਨਾਲ ਸੁਦਾਮਾ ਜਦੋਂ ਗਰੀਬੀ 'ਚ ਆਇਆ ਹੈ ਅਤੇ ਆਪਣੇ ਆਪ ਨੂੰ ਕ੍ਰਿਸ਼ਨ ਭਗਵਾਨ ਦੇ ਅਰਪਣ ਕਰਨ ਆਇਆ ਕਿ ਮੇਰੇ 'ਤੇ ਕਿਰਪਾ ਕਰੋ, ਮੈਨੂੰ ਰਹਿਮਤ ਕਰੋ, ਅਤੇ ਨਾਨਕ ਨਦਰੀ ਨਦਰ ਨਿਹਾਲ ਵਾਲੀ ਅਵਸਥਾ ਦੀ ਮਿਲਦੀ ਹੈ ਕਿ ਕ੍ਰਿਸ਼ਨ ਭਗਵਾਨ ਦੀ ਨਜ਼ਰ ਦੇ ਨਾਲ ਸਾਰੇ ਕੰਮ ਬਣ ਗਏ ਨੇ। ਹੱਥੋਂ ਕੁਝ ਦਿੱਤਾ ਨਹੀਂ ਅਤੇ ਛੱਡਿਆ ਵੀ ਕੁਝ ਨਹੀਂ, ਸਾਰਾ ਕੁਝ ਪੂਰਨ ਜ਼ਿੰਦਗੀ ਦਾ ਕਰ ਦਿੱਤਾ। ਜੇ ਜ਼ਿੰਦਗੀ ਸੁੱਖ ਸ਼ਾਂਤੀ ਜੋ ਮੰਗਦੇ ਹਾਂ ਉਹ ਤਦ ਹੀ ਹੋਏਗੀ ਜਦੋਂ ਜੀਵਨ ਪੂਰਨ ਹੋਏਗਾ, ਸਾਰੀਆਂ ਖੁਸ਼ੀਆਂ ਸਾਡੇ ਨਾਲ ਹੋਣਗੀਆਂ। ਆਓ ਮਹਾਰਾਜ ਅੱਗੇ ਆਪਣੇ ਆਪ ਨੂੰ ਅਰਪਣ ਕਰ ਦਈਏ। ਪਰਮਾਤਮਾ, ਮੇਰਾ ਮੁਝ ਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਤੁਸੀਂ ਕਿਰਪਾ ਕਰੋ, ਇਹ ਸਰੀਰ ਵੀ ਤੁਹਾਡਾ ਹੈ, ਇਹ ਸੰਸਾਰ ਵੀ ਤੁਹਾਡਾ ਹੈ, ਤੁਸੀਂ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਕਰੋ। ਵਾਹਿਗੁਰੂ ਜੀ।